29 ਤਰੀਕ ਨੂੰ ਸ਼ਾਮ ਦੇ 5:15 5:30 ਵਜੇ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਜਾਂਦਾ ਕਿ ਉਹ ਕਰੋਲਾ ਜਿਹੜੀ ਹੈ ਬਾਅਦ ਚ ਆਇਡੈਂਟੀਫਾਈ ਹੁੰਦੀ ਹੈ, ਮਨਪ੍ਰੀਤ ਮੰਨੇ ਦੀ ਨਿਕਲਦੀ ਹੈ। ਆਪਾਂ ਲਾਈਵ ਕਰਦੇ ਹਾਂ। ਉਸ ਤੋਂ ਬਾਅਦ ਮੈਂ ਤੁਹਾਨੂੰ ਕਹਿਣਾ ਕਿ ਮੈਂ ਮੂਸੇ ਪਿੰਡ ਚੱਲਿਆ, ਮੈਂ ਦਫ਼ਤਰ ਤੋਂ ਨਿਕਲ ਰਿਹਾ। ਐਤਵਾਰ ਦਾ ਦਿਨ ਸੀ ਜਿਸ ਦਿਨ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ। ਵਾਰਦਾਤ ਏਡੀ ਵੱਡੀ ਕਰਨ ਤੋਂ ਬਾਅਦ ਸ਼ਾਮ ਦੇ 6 ਵਜੇ ਉੱਥੋਂ ਨਿਕਲਦੇ 5:30 ਵਜੇ 7 ਘੰਟੇ ਤੇ 3 ਘੰਟੇ ਉਤਲੇ 10 ਘੰਟੇ ਉਹ 100 ਕਿਲੋਮੀਟਰ 150 ਕਿਲੋਮੀਟਰ ਦੇ ਰੇਡੀਅਸ 'ਚ ਘੁੰਮਦੇ ਰਹੇ। ਡੀਐਸਪੀ ਪੱਧਰ ਦੇ ਇੱਕ ਪੁਲਿਸ ਅਫਸਰ ਨੂੰ ਫੋਨ ਆਉਂਦਾ ਰਿਹਾ ਜਦੋਂ ਗੱਡੀ ਬਲੈਰੋ ਜਿਹੜੀ ਹੈ ਉੱਥੇ ਮਿਲਦੀ ਹੈ, ਤੇ ਉਹ ਫੋਨ ਇਹ ਸੋਚ ਕੇ ਕੱਟਦਾ ਰਿਹਾ ਕਿ ਭਾਈ ਹੁਣ ਪਤਾ ਨਹੀਂ ਇਹ ਕਿਉਂ ਫੋਨ ਕਰੀ ਜਾਂਦੇ ਪਿੰਡ ਵਾਲੇ, ਅਸੀਂ ਮੂਸੇਵਾਲੇ ਦੇ ਕਾਤਲ ਲੱਭਦੇ ਫਿਰਦੇ ਹਾਂ। ਫੋਨ ਨਹੀਂ ਚੱਕਿਆ ਗਿਆ। ਹੁਣ ਤੱਕ ਉਹ ਸ਼ੂਟਰ ਸੈਟਲ ਡਾਊਨ ਹੋ ਗਏ ਹੋਣੇ ਆ, ਦੇਖੋ ਤੁਸੀਂ, ਹੁਣ ਤੱਕ ਉਹ ਟਿਕਾਣਿਆਂ ਤੇ ਲੱਗ ਗਏ ਹੋਣੇ ਆ। ਤਾਂ ਇੱਕ ਤਾਂ ਇਹ ਹੁੰਦਾ ਕਲੈਰਿਟੀ ਹੁੰਦੀ ਹੈ ਰਾਓ ਜੀ ਕਿ ਆ ਦਿਸ ਐਂਡ ਦਿਸ ਆ ਬੰਦੇ ਇਨਵੋਲਵਡ ਨੇ। ਉਹਨੂੰ ਆਪਣੇ ਐਨਕਾਊਂਟਰ ਦਾ ਡਰ ਹੈ, ਤੁਸੀਂ ਦੇਖੋ ਜੀ, ਔਰ ਉਹ ਉੱਥੋਂ ਚੱਲੇ ਤਾਂ ਐਨਕਾਊਂਟਰ ਦਾ ਡਰ ਸੀ। ਤਾਂ ਹੀ ਉਹ ਹੱਥਕੜੀਆਂ ਵਾਲੀ ਗੱਲ। ਸਤਿ ਸ਼੍ਰੀ ਅਕਾਲ। ਸਿਆਸਤ ਲਾਈਵ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਵਿੰਦਰ ਸਿੰਘ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਜੁੜੀ ਇੱਕ ਪੂਰੀ ਸਟੇਟਸ ਰਿਪੋਰਟ ਪੁਲਿਸ ਦੇ ਵੱਲੋਂ ਜਾਂ ਕਹਿ ਲਈਏ ਕਿ SIT ਦੇ ਵੱਲੋਂ ਜਾਰੀ ਕੀਤੀ ਗਈ ਹੈ, ਤੇ ਇਹ ਹੁਣ ਰਿਪੋਰਟ ਜਨਤਕ ਹੋ ਚੁੱਕੀ ਹੈ। ਇਸ ਦੀ ਇੱਕ ਕਾਪੀ ਔਨ 에ਅਰ ਦੇ ਕੋਲ ਵੀ ਹੈ, ਤੇ ਇਸ ਤੇ ਆਖਿਰਕਾਰ ਕਿਹੜੀਆਂ-ਕਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆਉਂਦੀਆਂ ਨੇ, ਇਸ ਬਾਰੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਨਿਊਜ਼ ਐਡੀਟਰ ਸਿਮਰਜੋਤ ਸਿੰਘ ਮੱਕੜ ਸਾਹਿਬ। ਸਟੇਟਸ ਰਿਪੋਰਟ ਕੀ ਕਹਿ ਰਹੀ ਹੈ? ਕੀ A to Z ਇਸ ਨੂੰ ਸਮਝ ਲਿਆ ਜਾਏ ਕਿ 29 ਤਰੀਕ ਤੋਂ ਲੈ ਕੇ ਅੱਜ ਤੱਕ ਜੋ ਕੁਝ ਹੋਇਆ, ਕਿ ਸਾਰੀ ਇਸ ਦੀ ਜਾਣਕਾਰੀ ਇਹਦੇ ਵਿੱਚ ਦਿੱਤੀ ਹੈ ਪੁਲਿਸ ਨੇ? ਰਾਵਰਿੰਦਰ ਜੀ, ਇਸ ਸਟੇਟਸ ਰਿਪੋਰਟ ਦੇ ਨਾਲ ਇਹ ਸਟੇਟਸ ਪਤਾ ਲੱਗਿਆ ਕਿ ਹੁਣ ਤੱਕ ਮਾਮਲੇ 'ਚ ਕੀ ਹੋਇਆ। ਪਰ ਅਫਸੋਸ ਦੀ ਗੱਲ ਹੈ ਕਿ ਜਿਹੜੇ ਸ਼ੂਟਰ ਨੇ ਅਜੇ ਤੱਕ ਉਹ ਪੁਲਿਸ ਦੇ ਹੱਥ ਨਹੀਂ ਲੱਗੇ। ਮਹਾਰਾਸ਼ਟਰ ਪੁਲਿਸ, ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਤਿੰਨੋਂ ਵੱਖਰੇ ਲਾਈਨਸ ਤੇ ਕੰਮ ਕਰਦੀਆਂ ਆਈਆਂ। ਪੰਜਾਬ ਪੁਲਿਸ ਤੇ ਬੜਾ ਵੱਡਾ ਪ੍ਰੈਸ਼ਰ ਸੀ ਕਿ ਮਹਾਰਾਸ਼ਟਰ ਪੁਲਿਸ ਸੌਰਵ ਮਹਾਕਾਲ ਵਰਗਿਆਂ ਨੂੰ ਗ੍ਰਿਫਤਾਰ ਕਰਦੀ ਹੈ। ਗੁਜਰਾਤ ਜਾ ਕੇ ਜੀ ਉਹ ਬਾਅਦ ਦੇ ਵਿੱਚ ਅਰੈਸਟਾਂ ਪਾਉਂਦੀ ਹੈ, ਰਾਮਨਾਥ ਸੂਰਿਆਵੰਸ਼ੀ ਹੋਣਾ ਦੀ। ਤੇ ਦਿੱਲੀ ਦੀ ਪੁਲਿਸ ਇਨਫੋਰਮੇਸ਼ਨਾਂ ਦੇ ਰਹੀ ਹੈ ਕਿ ਆਹ ਬੰਦੇ ਸ਼ੂਟਰ ਇਹਦੇ 'ਚ ਸ਼ਾਮਲ ਹੋ ਸਕਦੇ ਆ। ਤੇ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਪੂਰੀ ਭੂਮਿਕਾ ਦੇ ਉੱਤੇ ਬੜੇ ਵੱਡੇ ਕੁਐਸਚਨ ਸੀ ਕਿ ਆਖਰ ਚੱਲ ਕੀ ਰਿਹਾ ਹੈ ਜੀ, ਅਰੈਸਟ ਕਿਉਂ ਨਹੀਂ ਪਈ। ਇਸ ਪੂਰੀ ਸਟੇਟਸ ਰਿਪੋਰਟ ਨੂੰ ਦਰਸ਼ਕਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਹੁਣ ਤੱਕ ਸਾਰੇ ਚੈਨਲ ਸਵੇਰ ਤੋਂ ਸਟੇਟਸ ਰਿਪੋਰਟ ਹੀ ਦੱਸ ਰਹੇ ਹੈ। ਤੁਸੀਂ ਵੀ ਲਾਈਵ ਕਰਕੇ ਆਏ ਹੋ, ਤੁਸੀਂ ਵੀ ਦਰਸ਼ਕਾਂ ਨੂੰ ਦੱਸੀ ਹੈ। ਮੇਰਾ ਅੱਜ ਦਾ ਐਪੀਸੋਡ ਦਾ ਇਸ ਦੇ ਵਿੱਚ ਜਿਹੜਾ ਮਕਸਦ ਗੱਲ ਕਰਨ ਦਾ, ਉਹ ਸਟੇਟਸ ਰਿਪੋਰਟ ਕੀ ਹੈ ਇਹ ਨਹੀਂ ਹੈ। ਸਟੇਟਸ ਰਿਪੋਰਟ 'ਚ ਕੀ ਨਹੀਂ ਹੈ ਇਹ ਬਹੁਤ ਵੱਡੀ ਗੱਲ ਹੈ। ਸਟੇਟਸ ਰਿਪੋਰਟ ਤੁਹਾਨੂੰ ਇਹ ਨਹੀਂ ਦੱਸਦੀ ਕਿ ਜਦੋਂ 29 ਤਰੀਕ ਨੂੰ ਸ਼ਾਮ ਦੇ 5:15 5:30 ਵਜੇ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਜਾਂਦਾ, ਉਸ ਤੋਂ ਬਾਅਦ ਕਰੋਲਾ ਗੱਡੀ ਜਿਹੜੀ ਮਨਪ੍ਰੀਤ ਮੰਨੇ ਦੀ, ਇਹੀ ਸਟੇਟਸ ਰਿਪੋਰਟ 'ਚ ਦੱਸਿਆ ਗਿਆ ਕਿ ਉਹ ਕਰੋਲਾ ਜਿਹੜੀ ਹੈ ਬਾਅਦ 'ਚ ਆਇਡੈਂਟੀਫਾਈ ਹੁੰਦੀ ਹੈ, ਮਨਪ੍ਰੀਤ ਮੰਨੇ ਦੀ ਨਿਕਲਦੀ ਹੈ। ਪੂਰੀ ਕਹਾਣੀ ਹੈ ਉਹ ਜੀ। ਪਰ ਉਹ ਕਰੋਲਾ ਗੱਡੀ ਜਿਹੜੀ ਜਾ ਕੇ ਸਿੱਧੂ ਦੀ ਥਾਰ 'ਚ ਵੱਜਦੀ ਹੈ, ਜੋ ਇਹ ਸਟੇਟਸ ਰਿਪੋਰਟ ਕਹਿੰਦੀ ਹੈ ਜੀ, ਇਹੀ ਕਹਿ ਰਹੀ ਹੈ ਨਾ, ਬਿਲਕੁਲ ਇਹੀ ਕਿ ਥਾਰ ਗੱਡੀ ਦੇ ਵਿੱਚ ਜਾ ਕੇ ਕਰੋਲਾ ਵੱਜਦੀ ਹੈ ਤੇ ਉਹਦੀ ਇੱਕ ਬਾਰੀ ਜਿਹੜੀ ਹੈ ਉਹਦੇ ਨਾਲ ਲੌਕ ਹੋ ਜਾਂਦੀ, ਉਹ ਅਫੈਕਟ ਹੋ ਜਾਂਦੀ ਹੈ ਜਾਂ ਉਹਦੇ ਤੇ ਨੁਕਸਾਨਿਆ ਜਾਂਦੀ ਹੈ ਬਾਰੀ। ਤੇ ਉਹ ਬਾਅਦ ਦੇ ਵਿੱਚ ਖਾਰੇ ਪਿੰਡ ਥਾਣੀ ਉਹ ਗੱਡੀ ਅੱਗੇ ਜਾ ਕੇ ਤੇ ਇੱਕ ਐਲਟੋ ਗੱਡੀ ਨੂੰ ਗਨ ਪੁਆਇੰਟ ਤੇ ਲੁੱਟਿਆ ਜਾਂਦਾ ਹੈ। ਕਰੋਲਾ ਉੱਥੇ ਛੱਡ ਜਾਂਦੇ ਤੇ ਐਲਟੋ ਗੱਡੀ ਜਿਹੜੀ ਹੈ ਅਗਲੇ ਦਿਨ 30 ਤਰੀਕ ਨੂੰ ਤੜਕੇ 3 ਵਜੇ ਮੋਗੇ ਦੇ ਨੇੜੇ ਪਿੰਡ ਦੇ ਵਿੱਚ ਮਿਲਦੀ ਹੈ ਜੀ। ਹੁਣ ਇਹ ਸਟੇਟਸ ਰਿਪੋਰਟ 'ਚ ਇਹ ਹੈ ਹੀ ਨਹੀਂ, ਜਿਹਨੂੰ ਤੁਸੀਂ ਰੀਡ ਹੀ ਨਹੀਂ ਕੀਤਾ, ਕਿ ਸ਼ਾਮ ਦੇ 5:30 ਪੌਣੇ 6 ਦੀ ਘਟਨਾ ਜੀ ਅਗਲੇ ਦਿਨ ਸਵੇਰੇ 30 ਤਰੀਕ ਦੀ ਸਵੇਰ 3 ਵਜੇ ਉਹ ਗੱਡੀ ਐਲਟੋ ਗੱਡੀ ਕਿੱਥੋਂ ਮਿਲਦੀ ਹੈ? ਮੋਗਿਓਂ। ਹੁਣ ਜਵਾਰਕੇ ਤੋਂ ਮੋਗੇ ਜਾਣਾ ਹੋਵੇ, ਜਵਾਰਕੇ ਜਿੱਥੇ ਘਟਨਾ ਵਾਪਰਦੀ ਹੈ ਸਿੱਧੂ ਮੂਸੇਵਾਲੇ ਦੇ,
2 ਤੋਂ 2.5 ਘੰਟੇ ਦਾ ਰਾਹ ਹੋਊਗਾ ਮਸਾਂ। ਅੱਗੇ ਪਿੰਡਾਂ 'ਚੋਂ ਵੀ ਜਾਓ ਤੁਸੀਂ, ਧਰਮਕੋਟ ਤੋਂ ਬਰਾਮਦ ਹੁੰਦੀ ਆ, ਉਹ ਧਰਮਕੋਟ ਦੇ ਨੇੜਿਓਂ ਬਰਾਮਦ ਹੁੰਦੀ ਹੈ। ਤਾਂ ਧਰਮਕੋਟ ਤੁਸੀਂ 15 ਮਿੰਟ ਹੋਰ ਲਾ ਲਓ, ਮੋਗਿਓਂ 20 ਮਿੰਟ ਲਾ ਲਓ, 3 ਘੰਟੇ ਲਾ ਲਓ ਜੀ। ਉਹ 3 ਘੰਟੇ ਅੱਗੇ ਉੱਥੇ ਟਰੈਵਲ ਕੀਤੇ ਹੋਣੇ ਆ, ਪਹੁੰਚੇ ਹੋਣੇ ਆ, ਬਿਲਕੁਲ ਕਿਤੋਂ ਨਾਕਿਆਂ ਤੋਂ ਲੰਘੇ ਹੋਣੇ ਆ, ਕਿਤੋਂ ਕੋਈ ਟੋਲ ਰਾਹ ਸ਼ਾਇਦ ਆਇਆ ਹੋਵੇ, ਪਿੰਡਾਂ 'ਚੋਂ ਵੀ ਲੰਘੇ ਹੋ ਸਕਦੇ ਆ, ਕਿਸੇ ਹਾਈਵੇ ਤੇ ਵੀ ਆਏ ਹੋ ਸਕਦੇ ਆ। ਪਿੰਡਾਂ ਵਾਲਾ ਰਸਤਾ ਵੈਸੇ ਬਹੁਤ ਸਾਰੀਆਂ ਸੀਸੀਟੀਵੀ ਫੁਟੇਜ ਪਿੰਡਾਂ ਵਾਲੇ ਸੀਸੀਟੀਵੀ ਵਿੱਚ ਇੰਟੈਲੀਜੈਂਸ ਆਈਆਂ ਨੇ। ਕੀ ਕਰ ਰਹੀ ਸੀ ਅਗਲੇ ਪਿੰਡਾਂ ਵਾਲੇ ਰਸਤੇ ਤੋਂ ਗਏ ਨੇ ਉਹ ਸਵੇਰੇ 3 ਵਜੇ ਤਾਈਂ ਪੰਜਾਬ 'ਚ ਹੀ। ਤੇ ਇਹਨਾਂ ਦੀਆਂ ਥਿਊਰੀਆਂ ਪਹਿਲੇ ਦਿਨ ਕੀ ਕਹਿ ਰਹੀਆਂ ਸੀ ਕਿ ਕੋਈ ਹਰਿਆਣੇ ਨੂੰ ਟੱਪਿਆ ਹੋ ਸਕਦਾ, ਕੋਈ ਰਾਜਸਥਾਨ ਨੂੰ ਟੱਪ ਗਿਆ ਹੋ ਸਕਦਾ। ਆਫ ਦਾ ਰੈਕਡ ਪੁਲਿਸ ਮੁਲਾਜ਼ਮ, ਮੈਂ ਤੁਹਾਨੂੰ ਦੱਸ ਰਿਹਾ ਗੱਲ, ਮਾਨਸੇ ਜ਼ਿਲ੍ਹੇ ਦੇ, ਉਹਨਾਂ ਦੀ ਥਿਊਰੀ ਇਹ ਸੀਗੀ ਕਿ ਉਹ ਹਰਿਆਣੇ ਕੰਨੀ ਨੂੰ ਟੱਪ ਕੇ ਉਧਰ ਨੂੰ ਲੱਭਦੇ ਫਿਰਦੇ ਸੀ। ਤੇ ਦੂਜੀ ਗੱਡੀ ਕਿੱਧਰ ਆਈ? ਖਿਆਲੇ ਕੋਲੇ। ਖਿਆਲਾ ਕਿੱਥੇ ਹੈ? ਜਿੱਥੋਂ ਇਨਸੀਡੈਂਟ ਵਾਪਰਦਾ ਪੁਲਿਸ ਉਧਰ ਨੂੰ ਤੁਰਦੀ ਹੈ, ਪਰਾਂ ਨੂੰ। ਪੁਲਿਸ ਬੁਢਲਾਡੇ ਕੰਨੀ ਤੁਰ ਜਾਂਦੀ ਹੈ। ਜਦੋਂ ਸ਼ੁਰੂਆਤ 'ਚ ਤੁਹਾਡੇ ਯਾਦ ਹੈ ਉਸ ਦਿਨ ਅਸੀਂ ਇੱਕ ਲਾਈਵ ਵੀ ਕੀਤਾ ਸੀ, ਤੁਹਾਡੇ ਜ਼ਿਹਨ ਦੇ ਵਿੱਚ ਉਹ ਹੋਣੀ ਹੈ, ਜਦੋਂ 29 ਤਰੀਕ ਨੂੰ ਇਹ ਘਟਨਾ ਵਾਪਰਦੀ ਹੈ ਜੀ, ਆਪਾਂ ਲਾਈਵ ਕਰਦੇ ਹਾਂ। ਉਸ ਤੋਂ ਬਾਅਦ ਮੈਂ ਤੁਹਾਨੂੰ ਕਹਿਣਾ ਕਿ ਮੈਂ ਮੂਸੇ ਪਿੰਡ ਚੱਲਿਆ, ਮੈਂ ਦਫ਼ਤਰ ਤੋਂ ਨਿਕਲ ਰਿਹਾ, ਐਤਵਾਰ ਦਾ ਦਿਨ ਸੀ ਜਿਸ ਦਿਨ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ। ਬਿਲਕੁਲ। ਤੇ ਤੁਸੀਂ ਦਫ਼ਤਰ 'ਚ ਬੈਠਦੇ ਹੋ ਤੇ ਮੈਂ ਉੱਧਰ ਨਿਕਲਦਾ, ਤੇ ਮੈਂ ਰਾਹ ਦੇ ਵਿੱਚੋਂ ਵੀ ਇੱਕ ਲਾਈਵ ਕਰਦਾ ਕਿ ਇਨਫੋਰਮੇਸ਼ਨ ਇਹ ਹੈ ਕਿ ਪੁਲਿਸ ਜਿਹੜੀ ਹੈ ਉਹ ਬੁਢਲਾਡਾ ਵਾਇਆ ਹੋ ਕੇ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਗੱਡੀ ਜਿਹੜੀ ਹੈ ਇੱਕ ਉਹ ਟੋਲ, ਪਹਿਲਾਂ ਟੋਲ ਦੀ ਗੱਲ ਆਈ, ਬਾਅਦ 'ਚ ਪਤਾ ਲੱਗਿਆ ਟੋਲ ਨਹੀਂ ਸੀ, ਪੁਲਿਸ ਨਾਕਾ ਸੀਗਾ। ਇਹ ਅਜੇ ਵੀ ਉਹ ਪਿਆ ਹੋਣਾ, ਬਿਲਕੁਲ ਪਿਆ, ਕਿਤੇ ਕਿਤੇ ਨਹੀਂ ਗਿਆ, ਉਹ ਪਿਆ ਹੋਣਾ। ਤਾਂ ਰਾਓ ਵਰਿੰਦਰ ਜੀ ਇੰਨਾ ਚਿਰ ਵਾਰਦਾਤ ਏਡੀ ਵੱਡੀ ਕਰਨ ਤੋਂ ਬਾਅਦ ਸ਼ਾਮ ਦੇ 6 ਵਜੇ ਉੱਥੋਂ ਨਿਕਲਦੇ 5:30 ਵਜੇ ਜੀ, 7 ਘੰਟੇ ਤੇ 3 ਘੰਟੇ ਉਤਲੇ, 10 ਘੰਟੇ ਉਹ 100 ਕਿਲੋਮੀਟਰ 150 ਕਿਲੋਮੀਟਰ ਦੇ ਰੇਡੀਅਸ 'ਚ ਘੁੰਮਦੇ ਰਹੇ ਜੀ। ਤੇ ਪੰਜਾਬ ਦੀ ਪੁਲਿਸ ਕੀ ਕਰ ਰਹੀ ਸੀ ਫਿਰ? ਪੰਜਾਬ ਦੀ ਪੁਲਿਸ ਨੂੰ ਇਸ ਗੱਲ ਦਾ ਆਭਾਸ, ਇਲਮ, ਇੰਟੈਲੀਜੈਂਸ ਕਿੱਥੇ ਸੀਗੀਆਂ? ਸੀਨੀਅਰ ਅਧਿਕਾਰੀ ਇਸ ਗੱਲ ਦਾ ਜਵਾਬ ਦੇਣ ਕਿ ਉਹ 2 ਸ਼ੂਟਰ ਘੱਟੋ ਘੱਟ, ਦੂਜੇ ਤਾਂ ਗਏ ਖਿਆਲੇ, ਉਹ ਵਾਪਸ ਆ ਗਏ ਜੀ। ਹੁਣ ਖਿਆਲਾ ਕਿੱਥੇ ਹੈ? ਖਿਆਲਾ ਜਦੋਂ ਬਰਨਾਲਾ ਰੋਡ ਤੇ ਆਉਣੇ ਹੋ ਤੁਸੀਂ ਮਾਨਸਿਓ, ਉਧਰ ਖਿਆਲਾ ਹੈ, 13 ਕਿਲੋਮੀਟਰ ਜਵਾਰਕੇ ਤੋਂ। ਉਹ ਜਵਾਰਕੇ ਪਰਲੇ ਪਾਸੇ ਮੂਸੇ ਜਾਂਦੇ, ਜਵਾਰਕੇ ਤੋਂ ਉਹਨਾਂ ਦੀ ਥਿਊਰੀ ਸੀ ਵੀ ਪਰਾਂ ਨੂੰ ਤੁਰ ਗਏ ਉਹ, ਤੇ ਉਹ ਇੱਕ ਗੱਡੀ ਤਾਂ ਵਾਪਸ ਖਿਆਲੇ ਕੰਨੀ ਹੋ ਕੇ ਚਲੀ ਗਈ। ਔਰ ਇਹ ਇੱਕ ਪੁਲਿਸ ਅਫਸਰ ਦੀ ਆਪਦੀ ਜ਼ੁਬਾਨੀ ਆਫ ਦਾ ਰਿਕਾਰਡ ਸੀਗੀ ਕਿ ਸਾਨੂੰ ਲੱਗਿਆ ਹੋਏ ਇੱਕ ਪੁਲਿਸ ਅਫਸਰ ਨੂੰ, ਮੈਂ ਤੁਹਾਨੂੰ ਇਹ ਵੀ ਇੱਕ ਗੱਲ ਦੱਸ ਦਿੰਦਾ, ਡੀਐਸਪੀ ਪੱਧਰ ਦੇ ਇੱਕ ਪੁਲਿਸ ਅਫਸਰ ਨੂੰ ਫੋਨ ਆਉਂਦਾ ਰਿਹਾ ਜਦੋਂ ਗੱਡੀ ਬਲੈਰੋ ਜਿਹੜੀ ਹੈ ਉੱਥੇ ਮਿਲਦੀ ਹੈ, ਤੇ ਉਹ ਫੋਨ ਇਹ ਸੋਚ ਕੇ ਕੱਟਦਾ ਰਿਹਾ ਕਿ ਭਾਈ ਹੁਣ ਪਤਾ ਨਹੀਂ ਇਹ ਕਿਉਂ ਫੋਨ ਕਰੀ ਜਾਂਦੇ ਪਿੰਡ ਵਾਲੇ, ਅਸੀਂ ਮੂਸੇ ਵਾਲੇ ਦੇ ਕਾਤਲ ਲੱਭਦੇ ਫਿਰਦੇ ਆ। ਫੋਨ ਨਹੀਂ ਚੱਕਿਆ, ਇਹ ਜਦੋਂ ਕਿ ਉਹ ਅਹਿਮ ਇਨਫੋਰਮੇਸ਼ਨ ਸੀਗੀ, ਅਹਿਮ ਇਨਫੋਰਮੇਸ਼ਨ ਸੀ, ਕਿਉਂਕਿ ਇਸ ਕਰਕੇ ਕਿ ਜਦੋਂ ਬਲੈਰੋ ਉੱਥੇ ਠੱਲੀ ਖਿਆਲੇ ਪਿੰਡ ਦੇ ਵਿੱਚ, ਤੇ ਜੇ 2-4 ਮਿੰਟਾਂ 'ਚ ਪੁਲਿਸ ਐਕਟ ਕਰਦੀ, ਉਹ ਕਿੰਨੀ ਕੁ ਦੂਰ ਭੱਜੇ ਹੋ ਸਕਦੇ ਸੀ। ਔਰ ਜ਼ਾਹਿਰ ਹੈ ਕਿ ਬਲੈਰੋ ਖੜਾ ਕੇ ਉਹ ਕਿਸੇ ਦੂਸਰੀ ਗੱਡੀ 'ਚ ਗਏ ਨੇ। ਹੁਣ ਦਰਸ਼ਕਾਂ ਨੂੰ ਇਹ ਵੀ ਕਲੀਅਰ ਕਰ ਦਈਏ ਆਪਾਂ ਕਿ ਕਰੋਲਾ ਵਾਲਾ ਇਨਸੀਡੈਂਟ ਵੱਖਰਾ ਤੇ ਬਲੈਰੋ ਵਾਲਾ ਵੱਖਰਾ ਹੁੰਦਾ। ਜਿਹੜੀ ਕਰੋਲਾ ਹੈ ਉਹ ਮਨਪ੍ਰੀਤ ਮੰਨੇ ਵਾਲੀ ਜਿਹੜੀ ਕਰੋਲਾ ਹੈ, ਉਹਦੀ ਬਾਰੀ ਟੁੱਟਣ ਕਰਕੇ ਉਹ ਕਰੋਲਾ ਜਿਹੜੀ ਹੈ ਉਹ ਛੱਡ ਕੇ ਅਲਟੋ ਲੈ ਜਾਂਦੇ, ਉਹ ਉੱਥੇ ਛੱਡ ਕੇ ਤੇ ਐਲਟੋ ਗੱਡੀ ਲੈਂਦੇ ਨੇ, ਤੇ ਬਾਅਦ 'ਚ ਐਲਟੋ ਅਗਲੇ ਦਿਨ ਧਰਮਕੋਟ ਮਿਲਦੀ ਹੈ ਜਾ ਕੇ। ਜਿਹੜੀ ਬਲੈਰੋ ਗੱਡੀ ਹੈ ਚਿੱਟੇ ਰੰਗ ਵਾਲੀ, ਉਹ ਗੱਡੀ ਖਿਆਲੇ ਪਿੰਡ ਰਾਹੀਂ ਹੋ ਕੇ ਉਹ ਉਧਰ ਜਾ ਕੇ ਮਿਲਦੀ ਹੈ। ਤਾਂ 2 ਆਪੋਜ਼ਿਟ ਡਾਇਰੈਕਸ਼ਨ ਦੇ ਪਿੰਡ ਨੇ ਇਹ ਜਿੱਥੇ ਗੱਡੀ ਮਿਲਦੀ ਹੈ। ਔਰ ਹੁੰਦਾ ਕੀ ਹੈ ਕਿ ਉਹ ਪੁਲਿਸ ਜਿਹੜੀ ਹੈ ਇਸ ਗੱਲ ਦੇ ਵਿੱਚ ਫੇਲੀਅਰ ਸਾਬਤ ਹੁੰਦੀ ਹੈ ਕਿ ਉਹ ਇੰਨਾ ਪੈਨਿਕ ਕ੍ਰੀਏਟ ਹੋ ਜਾਂਦਾ, ਪੁਲਿਸ ਨੂੰ ਆਪ ਨੂੰ ਨਹੀਂ ਸਮਝ ਲੱਗਿਆ। ਦੂਜੀ ਗੱਲ ਜਿਹੜੀ ਵੱਡਾ ਇੱਕ ਇਸ਼ੂ ਜਿਹੜਾ ਹੈ, ਸਟੇਟਸ ਰਿਪੋਰਟ ਨੂੰ ਜਦੋਂ ਤੁਸੀਂ ਐਨਾਲਿਸਿਸ ਕਰਦੇ ਹੋ ਤਾਂ 10 ਦੇ ਕਰੀਬ ਹੁਣ ਤੱਕ ਸਣੇ ਲਾਰੈਂਸ ਬਿਸ਼ਨੋਈ ਅਰੈਸਟ ਹੋ ਚੁੱਕੀ ਹੈ। ਲਾਰੈਂਸ ਬਿਸ਼ਨੋਈ ਜਿਹੜਾ ਇਹਦਾ ਮਾਸਟਰਮਾਈਂਡ ਪੰਜਾਬ ਪੁਲਿਸ ਦੱਸ ਰਹੀ ਹੈ। ਇਸ ਤੋਂ ਇਲਾਵਾ ਮਨਪ੍ਰੀਤ ਮੰਨੇ ਤੋਂ ਜਿਹੜਾ ਇਹ ਸ਼ੁਰੂਆਤ ਹੁੰਦੀ ਹੈ, ਹਾਲਾਂਕਿ ਮੰਨੇ ਹੋਣੇ ਤਾਂ ਪਹਿਲਾਂ ਹੀ ਅਰੈਸਟ ਨੇ, ਮਨਪ੍ਰੀਤ ਭਾਊ ਤੋਂ, ਉਧਰੋਂ ਜਿਹੜਾ ਮਨਪ੍ਰੀਤ ਭਾਊ ਤੋਂ। ਜੀ। ਔਰ ਤੁਸੀਂ ਇਹ ਦੇਖੋ, ਮੰਨੇ ਤੋਂ ਸ਼ੁਰੂਆਤ ਹੁੰਦੀ ਹੈ ਕਿ ਮੰਨੇ ਦੀ ਗੱਡੀ ਹੈ, ਮੰਨਾ ਫਿਰ ਕਹਿੰਦਾ ਕਿ ਮੈਂ ਭਾਊ ਦੇ ਥਰੂ ਜਿਹੜੀ ਹੈ ਗੱਡੀ ਅੱਗੇ ਦੀ ਅੱਗੇ, ਉਹਦੇ ਵਿੱਚੋਂ ਅਰੈਸਟ ਜਿਹੜੀ ਇਹ ਗੱਲ ਸਟੇਟਸ ਰਿਪੋਰਟ ਕਹਿੰਦੀ ਕਿ ਹੁਣ ਤੱਕ 10 ਬੰਦੇ ਅਰੈਸਟ ਹੋ ਚੁੱਕੇ ਨੇ। ਉਸ 10 ਦੇ ਵਿੱਚੋਂ ਪ੍ਰੋਡਕਸ਼ਨ ਵਾਰੰਟ ਤੇ ਕਿੰਨੇ ਬੰਦੇ ਲਏ ਗਏ ਤੁਸੀਂ ਇਹ ਦੇਖੋ। ਮਨਪ੍ਰੀਤ ਮੰਨਾ, ਸਰਾਜ ਮਿੰਟੂ ਆਲਰੇਡੀ ਜੇਲ੍ਹ ਦੇ ਵਿੱਚ ਸੀ, ਭਾਊ ਆਲਰੇਡੀ ਜੇਲ੍ਹ ਦੇ ਵਿੱਚ ਸੀਗਾ। ਇਹ ਉਹ ਬੰਦੇ ਨੇ 4 ਬੰਦੇ ਜੇਲ੍ਹ 'ਚ ਸੀ, ਮੇਨ ਆਲਰੇਡੀ ਜੇਲ੍ਹਾਂ ਦੇ ਵਿੱਚ ਸੀਗੇ। ਹੁਣ ਤੁਸੀਂ ਇੱਕ ਫੈਕਟਰ ਇਹ ਵੀ ਸੋਚੋ, ਨੈਸ਼ਨਲ ਲੈਵਲ ਤੇ ਫੈਕਟਰ ਸੋਚੋ,
ਦਾਅਵਾ ਇਹ ਕੀਤਾ ਜਾਂਦਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਹੁਣ ਫੋਨ ਨਹੀਂ ਵਰਤੇ ਜਾ ਰਹੇ। ਮੰਤਰੀ ਬਣੇ ਨੇ, ਬੜੇ ਯੰਗ ਨੇ, ਹਰਜੋਤ ਬੈਂਸ ਸਾਹਿਬ ਬੜੇ ਐਨਰਜੈਟਿਕ ਨੇ ਜੀ। ਜਦੋਂ ਦੇ ਬਣੇ ਨੇ 2-3 ਵਾਰੀ ਜੇਲ੍ਹਾਂ 'ਚ ਵੀ ਜਾਇਆ, ਪਟਿਆਲੇ ਜੇਲ੍ਹ 'ਚ ਵੀ ਆਏ ਸੀਗੇ ਜੀ। ਮੋਬਾਈਲ ਫ੍ਰੀ ਕਰ ਦੇਣੀ ਹੈ ਜੇਲ੍ਹਾਂ। ਇਹ ਕਮਿਊਨੀਕੇਸ਼ਨ ਕਿਵੇਂ ਹੁੰਦਾ ਹੈ? ਬਿਲਕੁਲ। ਇਸ ਗੱਲ ਦਾ ਜਵਾਬ ਪੰਜਾਬ ਤੇ ਸੈਂਟਰ ਦੀ ਸਰਕਾਰ ਦੋਵੇਂ ਲੋਕਾਂ ਨੂੰ ਦੇਣ। ਲਾਰੈਂਸ ਤੱਕ ਕਮਿਊਨੀਕੇਟ ਕਿਵੇਂ ਹੋ ਰਿਹਾ? ਬਿਲਕੁਲ। ਇੰਨਾ ਵੱਡਾ ਇੱਕ ਮੁਜਰਮ ਹੋਵੇ, ਇੰਨਾ ਵੱਡਾ ਇੱਕ ਗੈਂਗਸਟਰ ਹੋਵੇ ਤੇ ਉਹ ਜੇਲ੍ਹ ਦੇ ਵਿੱਚ ਈਜ਼ੀਲੀ ਫੋਨ ਵਰਤ ਰਿਹਾ, ਕੀ ਅਧਿਕਾਰੀ ਡਰਦੇ ਆ? ਇਹ ਇੱਕ ਬੜਾ ਵੱਡਾ ਸਵਾਲ ਹੈ। ਬਿਲਕੁਲ ਬਿਲਕੁਲ। ਹੈਦਰਾਬਾਦ ਜਦੋਂ ਐਨਕਾਊਂਟਰ ਹੁੰਦਾ ਹੈ, ਜਿਹੜਾ ਦੋਸ਼ ਲੱਗਦਾ ਹੈ ਕਿ ਉਹ ਮੁੰਡਿਆਂ ਨੇ ਰੇਪ ਕੀਤਾ ਸੀਗਾ, ਉਹ ਐਨਕਾਊਂਟਰ ਤੋਂ ਬਾਅਦ ਪੂਰੇ ਦੇਸ਼ 'ਚ ਤੇ ਮੀਡੀਆ 'ਚ ਉਹ ਪੁਲਿਸ ਵਾਲਿਆਂ ਨੂੰ ਸਲਾਮ ਕਰਨ ਦੀਆਂ ਗੱਲਾਂ ਆਉਂਦੀਆਂ। ਬਿਲਕੁਲ। ਤੇ ਉਹਨਾਂ ਦੇ ਖਿਲਾਫ ਪਟੀਸ਼ਨ ਪੈ ਜਾਂਦੀ ਹੈ ਚੱਕ ਕੇ ਵੀ ਇਹ ਤਾਂ ਮਰਡਰ ਹੈ। ਤੇ ਉਸ ਵੇਲੇ ਥੋੜੇ ਦਿਨ ਪਹਿਲਾਂ ਹੀ ਮੇਰੇ ਨਾਲ ਕੋਈ ਬਹੁਤ ਸੀਨੀਅਰ ਪੁਲਿਸ ਅਧਿਕਾਰੀ ਦਿੱਲੀ ਦੇ ਜੀ, ਸੈਂਟਰ ਦੇ ਬੜੇ ਵੱਡੇ ਪੁਲਿਸ ਅਧਿਕਾਰੀ ਜਿਹੜੇ ਨੇ ਦੇਸ਼ ਦੀ ਵੱਡੀ ਏਜੰਸੀ 'ਚ ਕੰਮ ਕਰਦੇ ਆ, ਉਹ ਮੈਨੂੰ ਕਹਿਣ ਲੱਗੇ ਕਿ ਕੀ ਹੁਣ ਮੀਡੀਆ ਤੇ ਲੋਕ ਜੇ ਕੋਰਟ ਨੇ ਉਹਨਾਂ ਨੂੰ ਸਜ਼ਾ ਦੇਤੀ ਤੇ ਨਾਲ ਖੜਨਗੇ ਆ ਕੇ? ਕੀ ਉਹਨਾਂ ਦੇ ਖੜਨ ਨਾਲ ਕੋਈ ਫਰਕ ਪਊਗਾ ਆ ਕੇ? ਕੀ ਤੁਸੀਂ ਹੁਣ ਆਵਾਜ਼ ਚੁੱਕੋਗੇ ਜਾ ਕੇ ਵੀ ਨਹੀਂ? ਤੇ ਜੇ ਚੁੱਕ ਵੀ ਲਓਗੇ ਤਾਂ ਜੇ ਸਜ਼ਾ ਹੋਗੀ ਤਾਂ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਸਜ਼ਾ, ਤੁਸੀਂ ਦੱਸੋ ਕੀ ਕਰ ਲਓਗੇ? ਬਿਲਕੁਲ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਵੀ, ਪੁਲਿਸ ਵੀ ਇੱਕ ਇਮੋਸ਼ਨਲ ਤੇ ਫੈਮਿਲੀ ਐਸਪੈਕਟ ਲੈ ਕੇ ਚੱਲਦੀ ਹੈ, ਸਾਨੂੰ ਵੀ, ਅਸੀਂ ਵੀ ਘਰ ਜਾਣਾ, ਸਾਡੇ ਬੱਚੇ ਨੇ। ਕੀ ਅੱਜ ਉਹ ਡਰ ਐਸਪੈਕਟ, ਬਿਲਕੁਲ, ਹਾਲਾਂਕਿ ਇਹ ਡਿਫਰੈਂਟ ਐਗਜ਼ਾਮਪਲ ਸੀ, ਕਿਤੇ ਪੁਲਿਸ ਦੇ ਦਿਮਾਗ 'ਚ ਗੈਂਗਸਟਰਸ ਨੂੰ ਲੈ ਕੇ ਤਾਂ ਨਹੀਂ ਬੈਠ ਗਿਆ? ਔਰ ਮਾਨਸੇ ਦੇ ਕੁਝ ਪੁਲਿਸ ਅਫਸਰਾਂ ਤੱਕ ਇਹ ਧਮਕੀਆਂ ਪਹੁੰਚੀਆਂ ਵੀ ਨੇ ਵੀ ਇਨਵੈਸਟੀਗੇਸ਼ਨ ਨਾ ਕਰੋ, ਇਹਦੀ ਤਸਦੀਕ ਕੀਤੀ ਹੈ। ਬਿਲਕੁਲ। SHO ਮਾਨਸਾ ਨੂੰ ਕਿਹਾ ਗਿਆ ਵੀ ਧਮਕੀ ਆਈ ਆ, ਔਰ ਮੈਂ ਇੱਕ ਪੁਲਿਸ ਦੇ ਸੀਨੀਅਰ ਅਧਿਕਾਰੀ ਨੂੰ ਉਸੇ ਵੇਲੇ ਪੁੱਛਿਆ ਜੀ ਵੀ ਇਹ ਹੋਇਆ, ਉਹਨਾਂ ਨੇ ਤਸਦੀਕ ਕੀਤੀ, ਕਹਿੰਦੇ ਹਾਂ ਇਹੋ ਜੀ ਇੱਕ ਧਮਕੀ ਜਿਹੜੀ ਹੈ ਉਹ ਆਈ ਹੈ ਕਿ ਤੁਸੀਂ ਬਸ ਬਹੁਤ ਹੋ ਗਿਆ, ਜਿੰਨਾ ਕਰਨਾ ਸੀ ਕਰ ਲਓ। ਇਸ ਪੂਰੀ ਸਟੇਟਸ ਰਿਪੋਰਟ ਨੂੰ ਜੇ ਪੜੋਗੇ, ਇਹ ਸਭ ਕੁਝ ਤੁਸੀਂ ਪਹਿਲਾਂ ਰਿਪੋਰਟ ਕਰ ਚੁੱਕੇ ਹੋ। ਤੁਸੀਂ ਮੰਨੇ ਦਾ, ਭਾਊ ਦਾ, ਕੇਕੜੇ ਦਾ, ਕੇਸ਼ਵ ਦਾ ਕੀ ਰੋਲ ਹੈ, ਪੂਨੇ ਤੋਂ ਕਿਵੇਂ ਗ੍ਰਿਫਤਾਰੀ ਹੁੰਦੀ ਹੈ, ਅਰੁਣ ਗਾਵਲੀ ਹੋਣਾ ਦਾ ਵਿੱਚ 90% ਕੀ ਰੋਲ ਨਿਕਲਦਾ, ਤੁਸੀਂ ਸਭ ਕੁਝ ਰਿਪੋਰਟ ਕਰ ਚੁੱਕੇ ਹੋ। ਤੁਹਾਡੇ ਤੱਕ ਇਹ ਸਾਰੀਆਂ ਗੱਲਾਂ ਪਹਿਲਾਂ ਆ ਚੁੱਕੀਆਂ ਨੇ। ਸਿਰਫ ਇਹ ਰਿਪੋਰਟ ਜਿਹੜੀ ਹੈ ਦੱਸਦੀ ਹੈ ਕਿ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਕਿ ਕੜੀ ਦਰ ਕੜੀ ਕਿਵੇਂ ਜੁੜਿਆ। ਜਿਵੇਂ ਇੱਕ ਬੜੀ ਇੰਟਰਸਟਿੰਗ ਗੱਲ ਤੁਸੀਂ ਮੇਰੇ ਨਾਲ ਜ਼ਿਕਰ ਕਰ ਰਹੇ ਸੀ ਕਿ ਰਸੀਦ ਦੀ ਗੱਲ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਬਲੈਰੋ ਗੱਡੀ ਪੁਲਿਸ ਨੂੰ ਮਿਲਦੀ ਹੈ ਤਾਂ ਉਹਦੇ 'ਚ ਇੱਕ 25 ਤਰੀਕ ਦੀ ਜਾਂ 26 ਤਰੀਕ ਦੀ ਇੱਕ ਤੇਲ ਵਾਲੀ ਪੈਟਰੋਲ ਪੰਪ ਦੀ ਰਸੀਦ ਮਿਲਦੀ ਹੈ ਫਤਿਆਬਾਦ ਦੀ। ਫਿਰ ਉਹ ਪਹਿਲਾ ਕਲੂ ਜਿਹੜਾ ਪੰਜਾਬ ਪੁਲਿਸ ਨੂੰ ਉੱਥੋਂ ਮਿਲਦਾ ਹੈ ਇਸ ਕਤਲ ਦੇ ਵਿੱਚ ਜੀ, ਉਹ ਉਸ ਰਸੀਦ ਦੇ ਬੇਸਿਸ ਤੇ ਟੀਮਸ ਜਾਂਦੀਆਂ ਨੇ। ਟੀਮ ਜਾ ਕੇ ਉਹ ਰਸੀਦ ਜਦੋਂ ਉਸ ਫਿਲਿੰਗ ਸਟੇਸ਼ਨ ਤੇ ਪਹੁੰਚਦੀਆਂ ਤਾਂ ਉੱਥੋਂ ਦੀ ਜਿਹੜੀ ਫੁਟੇਜ ਜਿਹੜੀ ਖੰਗਾਲੀ ਜਾਂਦੀ ਹੈ, ਤਾਂ ਉਸ ਫੁਟੇਜ ਤੋਂ ਜਿਹੜਾ ਪਹਿਲਾ ਇਹ ਇਸ਼ਾਰਾ ਮਿਲਦਾ ਹੈ ਕਿ ਉਹ ਪਰਿਵਰਤ ਫੌਜੀ ਜਿਹੜਾ ਦੇਖਿਆ, ਪਰਿਵਰਤ ਫੌਜੀ ਦਾ। ਦੂਜੀ ਗੱਲ ਹੈ ਕਿ ਜਿਹੜਾ ਉੱਤਰਾਖੰਡ ਤੋਂ ਜਾ ਕੇ ਮਨਪ੍ਰੀਤ ਭਾਊ ਦੀ ਗ੍ਰਿਫਤਾਰੀ ਹੁੰਦੀ ਹੈ, ਫਿਰ ਉਹ ਕੜੀ ਦਰ ਕੜੀ ਇਸ ਰਸੀਦ ਤੋਂ ਬਾਅਦ ਸਾਰੀਆਂ ਜਿਹੜੀਆਂ ਕੜੀ ਦਰ ਕੜੀ ਜੁੜਦੀ ਜਾਂਦੀ ਹੈ। ਇਹ ਗੱਡੀ ਵੀ ਸਾਦੁਲ ਸ਼ਹਿਰ ਤੋਂ ਜਿਹੜੀ ਹੈ ਉਹ ਆਈ ਹੈ। ਇਹ ਵੀ ਇੱਕ ਇੰਪੋਰਟੈਂਟ ਗੱਲ ਸੀ ਕਿ ਰਾਜਸਥਾਨ ਤੋਂ ਸਾਦੁਲ ਸ਼ਹਿਰ ਤੋਂ ਆਈ ਸੀ। ਪਰ ਸਿਰਫ ਗੋਲਡੀ ਬਰਾੜ ਨਹੀਂ, ਇਹਦੇ 'ਚ ਸਚਿਨ ਥਾਪਨ ਵੀ ਰੈਗੂਲਰਲੀ ਇਹਦੇ ਤੇ ਨਜ਼ਰ ਬਣਾਏ ਹੋਇਆ। ਸਚਿਨ ਥਾਪਨ ਨੇ ਜਿਹੜੀ ਇਹ ਆਡੀਓ ਕਾਲ 'ਚ ਇਹ ਗੱਲ ਬੋਲੀ ਹੈ ਨਾ ਜੀ ਕਿ ਮੈਂ ਆਪਦੇ ਹੱਥਾਂ ਨਾਲ ਮਾਰਿਆ ਇਹਨੂੰ, ਜਿਹੜੀ ਉਹਦੇ ਵਿੱਚ ਜੀ ਤਾਂ ਉਹ ਹੱਥਾਂ ਨਾਲ ਮਾਰੇ ਦਾ ਮਤਲਬ ਸ਼ਾਇਦ ਇਹ, ਕਿਉਂਕਿ ਸਾਨੂੰ ਸ਼ੁਰੂਆਤ 'ਚ ਲੱਗਿਆ ਕਿ ਵਨ ਆਫ ਦਾ ਸ਼ੂਟਰਸ ਹੋ ਸਕਦਾ, ਪਰ ਸ਼ਾਇਦ ਉਹਦਾ ਮਤਲਬ ਹੱਥਾਂ ਨਾਲ ਮਾਰੇ ਦਾ ਇਹ ਨਹੀਂ। ਕਈ ਵਾਰੀ ਆਪਾਂ ਜਿਵੇਂ ਅਖਾਣ ਵਰਤ ਲੈਂਦੇ ਹਾਂ, ਉਸ ਤਰੀਕੇ ਦੇ ਨਾਲ ਇਹ ਸ਼ਾਇਦ ਉਸ ਕੰਟੈਕਸਟ 'ਚ ਹੋਇਆ ਹੋ ਸਕਦਾ ਹੈ ਕਿ ਵਰਤਿਆ ਹੋਵੇ। ਇੱਕ ਬੜਾ ਵੱਡਾ ਫੈਕਟਰ ਹੈ ਕਿ ਇਹ ਕਲੈਰਿਟੀ ਨਹੀਂ ਹੈ ਕਿ ਕਿੰਨੇ ਸ਼ੂਟਰਸ ਨੇ ਇਸ ਪੂਰੇ ਘਟਨਾ ਦੇ ਵਿੱਚ ਸੀਗੇ ਮੌਜੂਦ। ਔਰ ਅਫਸੋਸ ਦੀ ਗੱਲ ਇਹ ਹੈ ਕਿ ਹੁਣ ਤੱਕ ਪੰਜਾਬ ਦੇ ਵਿੱਚ ਉਹ ਗੱਡੀਆਂ ਇੰਨੀਆਂ ਘੁੰਮਦੀਆਂ ਰਹੀਆਂ, ਹੋਰ CCTV ਫੁਟੇਜਸ ਜਿਹੜੀਆਂ ਉਹਦਾ ਇਸ ਸਟੇਟਸ ਰਿਪੋਰਟ 'ਚ ਕਿਤੇ ਜ਼ਿਕਰ ਨਹੀਂ ਹੈ। ਉਹ ਮਾਨਸੇ ਸ਼ਹਿਰ ਦੇ ਵਿੱਚ ਵੀ ਐਂਟਰ ਹੋਈਆਂ ਹੋਣੀਆਂ, ਹਥਿਆਰਾਂ ਬਾਰੇ ਕੋਈ ਜ਼ਿਕਰ ਨਹੀਂ ਹੁਣ ਤੱਕ। ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਕੀਤੀ ਹੈ। ਮੈਂ ਪਹਿਲਾਂ ਇਹ ਗੱਲ ਦਾ ਸੋਚ ਰਿਹਾ ਸੀ ਕਿ ਕਿਹੜੇ ਹਥਿਆਰ ਵਰਤੇ ਗਏ।
ਅਜੇ ਤੱਕ ਇਸ ਗੱਲ ਦੀ ਜਿਹੜਾ AN-94 ਵਰਤਿਆ ਗਿਆ ਨਹੀਂ ਵਰਤਿਆ ਗਿਆ ਹਥਿਆਰ, ਇਸ ਗੱਲ ਦੀ ਕੋਈ ਕਲੈਰਿਟੀ ਨਹੀਂ ਹੈ ਇਸ ਰਿਪੋਰਟ ਦੇ ਵਿੱਚ। ਤਾਂ ਮੈਨੂੰ ਲੱਗਦਾ ਹੈ ਕਿ ਹਾਲੇ ਤੱਕ ਬਹੁਤ ਵੱਡੀ ਕੋਈ ਕਾਮਯਾਬੀ ਇਸ ਮਾਮਲੇ ਦੇ ਵਿੱਚ ਤੁਸੀਂ ਇਵੈਂਚੁਅਲੀ ਤਾਂ ਕੋਰਟਸ ਨੇ ਐਵੀਡੈਂਸ ਦੇ ਉੱਤੇ ਚੱਲਣਾ ਹੈ ਜੀ। ਬੜੀ ਗੱਲਾਂ ਸ਼ੋਜ਼ ਦੇ ਵਿੱਚ ਚਰਚਾਵਾਂ ਸਭ ਕੁਝ ਹੋ ਜਾਊਗਾ ਜੀ। ਇਵੈਂਚੁਅਲੀ ਐਵੀਡੈਂਸ ਹੈ ਜਿਹੜਾ ਉਹ ਕੋਰਟ ਨੇ ਮੰਨਣਾ ਹੈ, ਉਹ ਕੋਰਟ ਨੇ ਉਹਦੇ ਇੱਥੇ ਸਰਕਮਸਟੈਂਸ਼ੀਅਲ ਐਵੀਡੈਂਸ ਦੀ ਬੜੀ ਵੱਡੀ ਭੂਮਿਕਾ ਰਹੂਗੀ। ਇਹ ਤੁਸੀਂ ਮੰਨਦੇ ਹੋ ਕਿ ਹਥਿਆਰਾਂ ਦਾ ਬਰਾਮਦ ਹੋਣਾ ਬੇहद ਅਹਿਮ ਹੈ ਪੁਲਿਸ ਦੇ ਲਈ, ਇਸ ਜਾਂਚ ਦੇ ਲਈ? 100% ਅਦਾਲਤ ਨੇ ਨਹੀਂ ਮੰਨਣਾ ਜੇ ਇਹਦਾ ਹਥਿਆਰ ਨਹੀਂ। ਇਹ ਦੇਖੋ ਨਹੀਂ ਮੰਨਣਾ ਮੈਨੂੰ ਲੱਗਦਾ ਹੈ ਕਿ ਅਸੀਂ ਅਦਾਲਤਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਮੈਨੂੰ ਲੱਗਦਾ ਨਹੀਂ ਵਰਤਣੇ ਚਾਹੀਦੇ ਸਾਨੂੰ, ਪਰ ਅਦਾਲਤਾਂ ਦੇ ਵਿੱਚ, ਮਾਨਯੋਗ ਅਦਾਲਤ ਦੇ ਵਿੱਚ ਸਭ ਤੋਂ ਵੱਡੀਆਂ ਜਿਹੜੀਆਂ ਵਨ ਆਫ ਦਾ ਮੇਜਰ ਐਵੀਡੈਂਸ ਜਿਹੜਾ ਹੁੰਦਾ ਜਦੋਂ ਕਤਲ ਹੋਇਆ ਤਾਂ ਉਹ ਹਥਿਆਰ ਹੀ ਹੈ। ਉਹ ਵੈਪਨ ਲੱਭਣਾ, ਉਹਦੀ ਰਿਕਵਰੀ ਬੜੀ ਜ਼ਰੂਰੀ ਹੁੰਦੀ ਹੈ। ਸ਼ੂਟਰਸ ਨਹੀਂ ਹਾਲੇ ਤੱਕ ਪਤਾ ਲੱਗੇ, ਇਹ ਬਹੁਤ ਅਫਸੋਸ ਦੀ ਗੱਲ ਹੈ। ਅੱਜ ਇਸ ਘਟਨਾ ਨੂੰ ਲਗਭਗ 16 ਦਿਨ ਵਾਪਰ ਚੁੱਕੇ। ਉਸ ਤੋਂ ਬਾਅਦ ਇਹ ਡਾਊਟ ਹੋਣਾ ਕਿ ਮਹਾਰਾਸ਼ਟਰ ਪੁਲਿਸ, ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਇੱਕ ਲਾਈਨ ਸੇਮ ਪੇਜ ਤੇ ਨਹੀਂ ਚੱਲ ਰਹੇ, ਔਰ ਕਿੰਨੇ ਦਿਨ ਤੱਕ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਇੱਕ ਆਰਮਜ਼ ਐਕਟ ਦੇ ਹੋਰ ਕੇਸ ਦੇ ਵਿੱਚ ਦਿੱਲੀ ਦੇ ਵਿੱਚ ਮਿਲਦੇ ਰਹਿਣਾ, ਫਿਰ ਫਾਈਨਲੀ ਇੰਨੇ ਦਿਨ ਬਾਅਦ ਉਹ ਆਉਣਾ। ਹੁਣ ਤੱਕ ਉਹ ਸ਼ੂਟਰ ਸੈਟਲ ਡਾਊਨ ਹੋ ਗਏ ਹੋਣੇ ਆ, ਦੇਖੋ ਤੁਸੀਂ, ਹੁਣ ਤੱਕ ਉਹ ਟਿਕਾਣਿਆਂ ਤੇ ਲੱਗ ਗਏ ਹੋਣੇ ਆ। ਤਾਂ ਇੱਕ ਤਾਂ ਇਹ ਹੁੰਦਾ ਕਲੈਰਿਟੀ ਹੁੰਦੀ ਹੈ ਰਾਓ ਜੀ ਕਿ ਦਿਸ ਐਂਡ ਦਿਸ ਬੰਦੇ ਇਨਵੋਲਵਡ ਨੇ, ਔਰ ਉਹ ਇਨਵੋਲਵਮੈਂਟ ਤੋਂ ਬਾਅਦ ਸਮਝ ਆਉਂਦਾ ਹੈ ਕਿ ਇਹ ਟਾਰਗੇਟ ਹੈ। ਹਾਲੇ ਤੱਕ ਤਾਂ ਇਹੀ ਨਹੀਂ ਪਤਾ ਕਿ ਕੌਣ ਇਨਵੋਲਵਡ ਹੈ ਔਰ ਕੀ ਨਹੀਂ। ਹਾਲਾਂਕਿ ਕੁਝ ਨਾਮ ਜਿਹੜੇ, ਔਰ ਦੂਸਰੀ ਵੱਡੀ ਗੱਲ ਇਹ ਹੈ ਵੀ ਹੁਣ ਪੁਲਿਸ ਦੱਸ ਰਹੀ ਹੈ ਕਿ 4 ਸ਼ੂਟਰ ਨੇ, 4ਾਂ ਦੀ ਪਹਿਚਾਣ ਪੁਲਿਸ ਦੱਸ ਰਹੀ ਹੈ। ਹੁਣ ਕੀ ਜ਼ਰੂਰੀ ਤਾਂ ਨਹੀਂ ਕਿ ਹੁਣ ਜੋ ਲਾਰੈਂਸ ਤੋਂ ਜਾਂ ਮੰਨੇ ਹੋਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਪੁਲਿਸ, ਸ਼ੂਟਰਾਂ ਦਾ ਪਤਾ ਲੱਗ ਗਿਆ ਕਿ ਕੌਣ ਨੇ, ਹੁਣ ਜ਼ਰੂਰੀ ਤਾਂ ਨਹੀਂ ਕਿ ਲਾਰੈਂਸ ਨੂੰ ਪਤਾ ਹੈ ਜਾਂ ਮੰਨੇ ਨੂੰ ਪਤਾ ਹੈ ਕਿ ਉਹ ਇਸ ਵੇਲੇ ਕਿੱਥੇ ਬੈਠੇ ਨੇ? ਉਹਨਾਂ ਨੇ ਤਾਂ ਕੰਟੈਕਟ ਹੀ ਨਹੀਂ ਕੀਤਾ ਹੋਣਾ। ਦੇਖੋ ਇਹ ਤਾਂ ਬੜੀ ਹਾਈਪੋਥੈਟੀਕਲ ਗੱਲ ਹੈ ਰਾਓ ਜੀ। ਲੇਕਿਨ ਜਿਹੜੇ 4 ਨਾਮ ਵੀ ਆ ਰਹੇ ਆ ਮੇਨਲੀ, ਉਹਨਾਂ ਤੱਕ ਕੜੀ ਪੁਲਿਸ ਦਾ ਪਹੁੰਚਣਾ, ਔਰ ਅਗਲੇ 7 ਦਿਨਾਂ ਦੇ ਵਿੱਚ ਲਾਰੈਂਸ ਦਾ ਕਿਸ ਤਰੀਕੇ ਦਾ, ਔਰ ਇੱਕ ਬੜਾ ਵੱਡਾ ਫੈਕਟਰ ਹੈ ਸਾਈਕੋਲੋਜੀਕਲ ਗੱਲ ਤੁਹਾਨੂੰ ਦੱਸ ਰਿਹਾ ਜੀ। ਕਿਸੇ ਹੋਰ ਵਿਅਕਤੀ ਦੀ ਇੰਟੈਰੋਗੇਸ਼ਨ ਤੇ ਲਾਰੈਂਸ ਦੀ ਇੰਟੈਰੋਗੇਸ਼ਨ ਦੇ ਵਿੱਚ ਵੀ ਬੜਾ ਇੱਕ ਡਿਫਰੈਂਸ ਹੈ, ਉਹਦਾ ਇੱਕ ਫਰਕ ਤੁਹਾਨੂੰ ਦੱਸਦਾ। ਆਮ ਤੌਰ ਤੇ ਜੇ ਕਿਸੇ ਨੇ CIA ਦੇ ਵਿੱਚ ਇੰਟੈਰੋਗੇਸ਼ਨ ਹੁੰਦੀ ਹੋਈ ਦੇਖੀ ਹੋਵੇ ਨਾ ਆਮ ਪਬਲਿਕ ਚੋਂ, ਉਹ ਇਸ ਗੱਲ ਨੂੰ ਸਮਝਦਾ ਹੈ ਕਿ ਇੰਟੈਰੋਗੇਸ਼ਨਾਂ ਹੁੰਦੀਆਂ ਕਿਵੇਂ ਹੈ। ਇਹ ਅਸੀਂ ਜਿਹੜੇ ਇੱਥੇ ਉਸ ਤਰ੍ਹਾਂ ਦਾ ਨਹੀਂ ਹੈ। ਮੈਂ ਬਿਲਕੁਲ ਨਹੀਂ ਹੈ। ਔਰ ਇੱਥੇ ਤਾਂ ਜਿਸ ਲਿਹਾਜ਼ ਦੇ ਨਾਲ ਕੋਰਟ ਨੇ ਇਹ ਪ੍ਰੋਡਕਸ਼ਨ ਲਿਆ, ਜਿਹੜਾ ਕੋਰਟ ਤੋਂ ਲਿਆ, ਔਰ ਜਿਵੇਂ ਉਹਨੂੰ ਵੱਧ ਖਾਤਰਦਾਰੀ ਦੇ ਕੇ ਰੱਖਿਆ। ਔਰ ਇੱਕ ਗੱਲ ਹੋਰ ਅਪਡੇਟ ਇਹ ਵੀ ਕਰ ਦਿੰਦੇ ਆ ਕਿ ਅੱਜ ਦੇਖੋ ਡਾਕਟਰਾਂ, ਖਰੜ ਹਸਪਤਾਲ ਦੇ 3 ਡਾਕਟਰ ਬੁਲਾਏ ਗਏ ਨਹੀਂ, ਹਰ 12 ਘੰਟੇ ਬਾਅਦ ਮੈਡੀਕਲ ਹੋਣਾ। ਦੇਖੋ ਇਹ ਆਮ ਗੱਲ ਹੈ, ਇਹ ਤਾਂ ਇਹਦੇ 'ਚ ਕੋਈ ਇਹ ਨਹੀਂ ਹੈ। ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜੇ ਮੈਡੀਕਲ ਦੇ ਲਈ ਇਸ ਤੋਂ ਪਤਾ ਚੱਲਦਾ ਨਾ ਕਿ ਇੰਪੋਰਟੈਂਸ ਕਿੰਨੀ ਆ, ਵੀ ਉਹਦੀ ਸਿਹਤ ਤੱਕ ਵੀ ਉਹ ਖਿਆਲ ਪੁਲਿਸ ਨੂੰ ਰੱਖਣਾ ਪੈ ਰਿਹਾ। ਉਹ ਗੱਲ ਪੁਲਿਸ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਹੈ ਉਹਦੀ, ਉਹ ਬਕਾਇਦਾ ਲਾਰੈਂਸ ਦੇ ਵਕੀਲ ਦੇ ਵੱਲੋਂ ਐਪਲੀਕੇਸ਼ਨ ਕੋਰਟ ਦੇ ਵਿੱਚ ਲਾਈ ਜਾਂਦੀ। ਮਾਨਿਓ ਕੋਰਟ ਇਹ ਗੱਲ ਕਹਿੰਦਾ ਹੈ, ਇਹ ਕੋਰਟ ਕਹਿੰਦਾ ਕਿ ਹਰ 12 ਘੰਟੇ ਬਾਅਦ ਜਾਂ ਹਰ 24 ਘੰਟੇ 'ਚ, ਜਿਵੇਂ ਮਾਨਿਓ ਕੋਰਟ ਨੂੰ ਲੱਗਦਾ ਹੈ, ਇਹ ਹਰ 12 ਘੰਟੇ ਬਾਅਦ ਮੈਡੀਕਲ ਜ਼ਰੂਰੀ ਹੈ ਕਿ ਕੋਈ ਮਾਰ ਕੁੱਟ ਤਾਂ ਨਹੀਂ ਕਰ ਰਹੇ, ਕੋਈ ਉਹਦੇ ਨਾਲ ਕੋਈ, ਜਾਂ ਉਹਨੂੰ ਆਪਣੇ ਐਨਕਾਊਂਟਰ ਦਾ ਡਰ ਹੈ। ਤੁਸੀਂ ਦੇਖੋ ਔਰ ਉਹ ਉੱਥੋਂ ਚੱਲੇ ਤਾਂ ਐਨਕਾਊਂਟਰ ਦਾ ਡਰ ਸੀ, ਤਾਂ ਹੀ ਉਹ ਹੱਥਕੜੀਆਂ ਵਾਲੀ ਗੱਲ। ਬਹੁਤ ਸਾਰੇ ਮੈਂ ਦੇਖ ਰਿਹਾ ਸੀ ਵੀਰ ਸਾਡੇ ਇਹ ਰਿਪੋਰਟ ਕਰ ਰਹੇ ਸੀ ਕਿ ਹੱਥਕੜੀਆਂ ਲਾ ਕੇ ਲਿਆਇਆ ਜਾਊਗਾ, ਉਹਨੂੰ ਗਲੋਰੀਫਾਈ ਕਰ ਰਹੇ ਸੀ। ਉਹ ਹੱਥਕੜੀਆਂ ਲਾ ਕੇ ਦਾ ਇੱਕ ਮਕਸਦ ਇਹ ਹੁੰਦਾ ਹੈ ਕਿ ਆਮ ਤੌਰ ਤੇ ਜਦੋਂ ਵੀ ਫੇਕ ਐਨਕਾਊਂਟਰਸ ਹੋਏ ਹੈ ਤਾਂ ਉਹਦੀ ਕਹਾਣੀ ਇਹ ਬਣਾਈ ਜਾਂਦੀ ਹੁੰਦੀ ਸੀ ਕਿ ਇਹਨੇ ਅਸਲਾ ਖੋਹਣ ਦੀ ਕੋਸ਼ਿਸ਼ ਕੀਤੀ ਤੇ ਫਿਰ ਖੋਹ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਮਾਰਤਾ, ਇਹ ਗੱਲ ਹੁੰਦੀ ਸੀ। ਤਾਂ ਜਦੋਂ ਹੱਥਕੜੀ ਲੱਗੀ ਹੈ ਤਾਂ ਫਿਰ ਉਹ ਬਕਾਇਦਾ ਤੌਰ ਤੇ ਇਹ ਵਕੀਲ ਅਪੀਲ ਕਰਦੇ ਆ ਵੀ ਮੇਰੇ ਜਿਹੜਾ ਕਲਾਇੰਟ ਨੂੰ ਉਹ ਹੱਥਕੜੀ ਲਾ ਕੇ ਲੈ ਕੇ ਜਾਓ, ਵੀ ਕੱਲ ਨੂੰ ਤੁਸੀਂ ਇਹ ਗੱਲ ਨਾ ਕਹਿ ਸਕੋ ਵੀ ਇਹਨੇ ਹਮਲਾ ਕੀਤਾ ਜਾਂ ਖੋ ਕੇ। ਉਹ ਟੈਕਨੀਕਲੀ ਵਕੀਲ ਜਿਹੜੇ ਉਹ ਇਸ ਐਂਗਲ ਦੇ ਨਾਲ ਇਹਨੂੰ ਸੋਚ ਕੇ ਲੈ ਕੇ ਚੱਲਦੇ ਆ। ਤਾਂ ਠੀਕ ਹੈ, ਹਰ ਬੰਦਾ ਆਪੋ ਆਪਣੀ ਸਮਝ ਦੇ ਨਾਲ ਚੀਜ਼ਾਂ ਨੂੰ ਰਿਪੋਰਟ ਕਰਦਾ, ਕਿਸੇ ਤੋਂ ਕੋਈ ਗਲਤੀਆਂ, ਕੋਈ ਸਾਡੇ ਤੋਂ ਵੀ ਰਿਪੋਰਟ ਕਰਦੇ ਆ ਗਲਤੀ ਹੋ ਜਾਂਦੀ ਹੋਣੀ ਹੈ।
ਪਰ ਮੇਜਰਲੀ ਇਹਦਾ ਇਹ ਰੀਜ਼ਨ ਹੁੰਦਾ। ਨਸ਼ਿਆਂ ਵਿਰੁੱਧ ਔਨ 에ਅਰ ਦੀ ਖਾਸ ਮੁਹਿੰਮ। ਪੰਜਾਬ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ 23, 24, 25 ਤੇ 26 ਜੂਨ ਨੂੰ ਕਾਰਪਸ ਕਲੱਬ ਪੁਲਿਸ ਲਾਈਨ ਬਠਿੰਡਾ ਦੇ ਵਿਖੇ ਭਿੜਨਗੀਆਂ ਵੱਡੀਆਂ ਕ੍ਰਿਕਟ ਟੀਮਾਂ, ਜਿਨ੍ਹਾਂ ਦੇ ਵਿੱਚ ਸ਼ਾਮਿਲ ਨੇ ਪਟਿਆਲਾ ਰਾਇਲਸ, ਬ੍ਰੈਵੋ ਬਠਿੰਡਾ, ਅੰਮ੍ਰਿਤਸਰ ਐਸਟਰਾ, ਜਲੰਧਰ ਜੈਵਲਸ, ਮੋਹਾਲੀ ਮਾਰਵਲਸ, ਲੁਧਿਆਣਾ ਲਾਇਨਸ, ਚੰਡੀਗੜ੍ਹ ਚੈਂਪਸ ਤੇ ਮਾਈਟੀ ਮੁਕਤਸਰ। ਫਾਈਨਲ ਮੈਚ ਵਾਲੀ ਸ਼ਾਮ ਪਹੁੰਚਣਗੇ ਬਾਲੀਵੁੱਡ ਦੇ ਗਾਇਕ ਕਮਲ ਖਾਨ। ਸਾਰਿਆਂ ਨੂੰ ਖੁੱਲ੍ਹਾ ਸੱਦਾ, ਆਓ ਤੇ ਚੌਕੇ ਛੱਕਿਆਂ ਦੇ ਨਾਲ ਆਨੰਦ ਮਾਣੋ ਕਮਲ ਖਾਨ ਦੀ ਕਮਾਲ ਦੀ ਗਾਇਕੀ ਦਾ। ਆਓ ਬਣਾਈਏ ਨਸ਼ਾ ਮੁਕਤ ਪੰਜਾਬ ਇੱਕ ਸੁਨਹਿਰੀ ਭਵਿੱਖ ਦੇ ਵੱਲ।